ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਤਰਨਜੀਤ ਕੌਰ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੁਣਵੀਆਂ ਖਬਰਾਂ ਤੇ। ਅਚਾਨਕ ਗੋਲੀ ਚੱਲਣ ਨਾਲ ਏਐਸਆਈ ਦੀ ਮੌਤ। ਮੀਰੀ ਪੀਰੀ ਢਾਡੀ ਸਭਾ ਤੇ ਸ਼੍ਰੀ ਹਰਗੋਬਿੰਦ ਢਾਡੀ ਸਭਾ ਹੋਏ ਆਮੋ ਸਾਹਮਣੇ। ਲੁਧਿਆਣਾ ਪੁਲਿਸ ਵੱਲੋਂ ਡੌਂਕੀ ਗੈਂਗ ਦੇ 7 ਮੈਂਬਰ ਕਾਬੂ। ਝੋਨੇ ਨਾਲ ਭਰਿਆ ਬੇਕਾਬੂ ਟਰੈਕਟਰ ਨੂੰ ਟੱਕਰ ਮਾਰ ਨਹਿਰ ਵਿੱਚ ਡਿੱਗਿਆ। ਤੇ ਫਿਰੋਜ਼ਪੁਰ ਵਿੱਚ ਸੁਨਿਆਰੇ ਦੀ ਦੁਕਾਨ ਤੇ ਲੁੱਟ ਦੀ ਕੋਸ਼ਿਸ਼, ਚੱਲੀ ਗੋਲੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਅਹਿਮ ਖਬਰਾਂ। ਪੁਲਿਸ ਲਾਈਨ ਵਿੱਚ ਤਾਇਨਾਤ ਏਐਸਆਈ ਰਾਜਪਿੰਦਰ ਸਿੰਘ ਦੀ ਆਪਣੀ ਰਾਈਫਲ ਵਿੱਚੋਂ ਗੋਲੀ ਚੱਲਣ ਨਾਲ ਮੌਤ ਹੋ ਗਈ। ਰਾਜਪਿੰਦਰ ਪੁਲਿਸ ਲਾਈਨ ਦੇ ਸੁਰੱਖਿਆ ਦਸਤੇ ਵਿੱਚ ਤਾਇਨਾਤ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜਾਂਚ ਅਧਿਕਾਰੀ ਸ਼ਿਵਦਰਸ਼ਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਡਿਊਟੀ ਬਦਲਣ ਦੌਰਾਨ ਬੰਦੂਕ ਡੇਗ ਕੇ ਗੋਲੀ ਚੱਲ ਗਈ, ਜਿਸ ਨਾਲ ਏਐਸਆਈ ਦੀ ਮੌਤ ਹੋ ਗਈ। ਇਹ ਰਾਜਪਿੰਦਰ ਸਿੰਘ ਏਐਸਆਈ ਕਿਊਆਰਟੀ ਦੀ ਡਿਊਟੀ ਪੁਲਿਸ ਲਾਈਨ ਦੇ ਗੇਟ ਨੰਬਰ 2 ਤੇ ਇਹ ਸੁਬਾਹ ਡਿਊਟੀ ਦਾ ਚਾਰਜ ਲੈ ਰਿਹਾ ਸੀ ਤੋਂ ਨਾਲ ਦੇ ਸਾਥੀ ਨੇ ਰਾਈਫਲ ਫੜਾਈ। ਰਾਈਫਲ ਜਿਹੜੀ ਥੱਲੇ ਡਿੱਗ ਪਈ, ਅਚਾਨਕ ਉਹਦੇ ਨਾਲ ਗੋਲੀ ਚੱਲਣ ਕਰਕੇ ਤੇ ਇਹਦੀ ਗੋਲੀ ਗਰਦਨ 'ਚ ਲੱਗੀ ਤੇ ਮੌਕੇ ਤੇ ਮੌਤ ਹੋ ਗਈ। ਕਿੱਥੇ ਡਿਊਟੀ ਕਰਦਾ, ਕਿੰਨੀ ਦੇਰ ਤੋਂ ਡਿਊਟੀ ਕਰ ਰਿਹਾ ਸੀ? ਇਹ ਕਿਊਆਰਟੀ ਲੱਗੀ ਹੈ ਸਾਡੀ ਪੁਲਿਸ ਲਾਈਨ ਦੀ ਸਿਕਿਉਰਿਟੀ ਵਾਸਤੇ, ਗੇਟ ਦੇ ਉੱਤੇ ਤੈਨਾਤ ਸੀ ਤੇ ਉੱਥੇ ਤਕਰੀਬਨ 1 ਸਾਲ ਤੋਂ ਉੱਥੇ ਤੈਨਾਤ ਸੀ, ਡਰਾਈਵਰ ਸੀ ਉੱਥੇ। ਰਾਈਫਲ ਕਿਹੜੀ ਸੀ ਉਹਦੇ ਕੋਲ? ਅੰਸਾਸ ਰਾਈਫਲ ਸੀ ਤੇ ਉਹ ਅਚਾਨਕ ਡਿੱਗ ਪਈ, ਉਹ 'ਚੋਂ ਗੋਲੀ ਚੱਲ ਗਈ। ਉਹ ਸੁਣਨ ਮੇਰਾ ਕੋਈ ਸੁਸਾਈਡ ਕੀਤੀ ਹੁੰਦੀ ਸੀ ਇਦਾਂ ਦਾ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ, ਨਾ ਕੋਈ ਸੁਸਾਈਡ ਨੋਟ ਮਿਲਿਆ, ਨਾ ਪਰਿਵਾਰ ਵੱਲੋਂ। ਜਿਹੜੇ ਮੌਕੇ ਤੇ ਮੁਲਾਜ਼ਮ ਸੀ, ਜਿਹੜੇ ਮੌਕੇ ਤੇ ਹਾਜ਼ਰ ਸੀ, ਉਹਨਾਂ ਦੇ ਬਿਆਨਾਂ ਤੇ ਜਿਹੜੀ 174 ਦੀ ਕਾਰਵਾਈ ਕੀਤੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਮੀਰੀ ਪੀਰੀ ਢਾਡੀ ਸਭਾ ਵੱਲੋਂ ਅੱਜ ਪ੍ਰੈਸ ਵਾਰਤਾ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਸ਼੍ਰੀ ਹਰਗੋਬਿੰਦ ਢਾਡੀ ਸਭਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਮੀਰੀ ਪੀਰੀ ਢਾਡੀ ਸਭਾ ਢਾਡੀ ਵਾਰਾਂ ਸੁਣਾ ਰਹੀ ਸੀ ਤਾਂ ਹਰਗੋਬਿੰਦ ਢਾਡੀ ਸਭਾ ਵੱਲੋਂ ਉਹਨਾਂ ਦੀਆਂ ਸਪੀਕਰ ਦੀਆਂ ਤਾਰਾਂ ਪੁੱਟ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਢਾਡੀ ਵਾਰਾਂ ਸੁਣਾਉਣ ਤੋਂ ਰੋਕਿਆ ਗਿਆ। ਇਸ ਸੰਬੰਧੀ ਉਹਨਾਂ ਵੱਲੋਂ ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ, ਜਿਸ 'ਤੇ ਉਹਨਾਂ ਦੱਸਿਆ ਕਿ ਅਜੇ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਆਈ। ਮੀਰੀ ਪੀਰੀ ਢਾਡੀ ਜਥੇ ਦੇ ਪ੍ਰਧਾਨ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਐਸਜੀਪੀਸੀ ਦਾ ਅਧਿਕਾਰੀ ਦੀ ਸ਼ਹਿ ਤੇ ਹੀ ਸ਼੍ਰੀ ਹਰਗੋਬਿੰਦ ਢਾਡੀ ਜਥੇ ਵਾਲੇ ਇਹ ਸਭ ਹਰਕਤਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੀ ਸੁਣਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਵੱਡੇ ਪੱਧਰ ਤੇ ਪ੍ਰਦਰਸ਼ਨ ਵੀ ਕਰ ਸਕਦੇ ਹਨ। ਮੀਰੀ ਪੀਰੀ ਸ਼੍ਰੋਮਣੀ ਢਾਡੀ ਸਭਾ ਦੀ ਸਾਰੀ ਜਥੇਬੰਦੀ ਅੱਜ ਇਕੱਤਰ ਹੋਈ ਹੈ ਔਰ ਇਕੱਤਰਤਾ ਹੋਣ ਦਾ ਕਾਰਨ ਇਹ ਹੈ ਕਿ ਪਿਛਲੇ ਮਹੀਨੇ ਲਗਭਗ ਸਤੰਬਰ ਦੇ ਮਹੀਨੇ ਦੀ 22 ਤਰੀਕ ਨੂੰ ਇੱਕ ਦੂਜੀ ਸਭਾ ਆ ਸ੍ਰੀ ਗੁਰੂ ਹਰਗੋਬਿੰਦ ਸਭਾ, ਉਹਦਾ ਪ੍ਰਧਾਨ ਹੈ ਬਲਦੇਵ ਸਿੰਘ ਐਮਏ। ਉਹਨਾਂ ਨੇ ਅਕਾਲ ਤਖਤ ਸਾਹਿਬ ਚੱਲਦੇ ਹੋਏ ਦੀਵਾਨ ਦੇ ਵਿੱਚ ਆ ਕੇ ਲੀਡਾਂ ਪੁੱਟ ਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਦਾ ਘੋਰ ਉਲੰਘਣ ਕੀਤਾ। ਉਹਦੇ ਖਿਲਾਫ ਕਾਰਵਾਈ ਵਾਸਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵੀ ਲਿਖ ਕੇ ਦਿੱਤਾ ਹੋਇਆ, ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਐਡਮਿਨਿਸਟ੍ਰੇਸ਼ਨ ਨੂੰ ਦਿੱਤਾ ਹੋਇਆ। ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਅੱਜ 40 ਦਿਨ ਹੋ ਗਏ ਨੇ। ਉਲਟਾ ਸਗੋਂ ਸਾਨੂੰ ਡਿਮੋਰਲਾਈਜ਼ ਕਰਨ ਵਾਸਤੇ 4 ਸਾਲ ਪੁਰਾਣੀ ਕੋਈ ਲਿਸਟ ਹੈ, ਉਸ ਲਿਸਟ ਦੇ ਜਥਿਆਂ ਦੇ ਵਿੱਚੋਂ ਬੁਲਾਉਣ ਦਾ ਯਤਨ ਕੀਤਾ ਗਿਆ। ਔਰ ਜਦੋਂ ਐਮਏ ਸਾਹਿਬ ਦਾ ਪਤਾ ਲੱਗਾ ਕਿ ਉਹਦੀ ਸਭਾ ਦੇ ਬੰਦੇ ਹੁਣ ਬੋਲਣੇ ਆ, ਫਿਰ ਅੱਜ ਸਾਡੀ ਸਭਾ ਮੈਦਾਨ 'ਚ ਆਈ। ਅਸੀਂ ਇਹ ਜਿਹੜੀ ਬੇਇਨਸਾਫੀ ਉਹ ਨਹੀਂ ਜਰਾਂਗੇ। ਲੁਧਿਆਣਾ ਪੁਲਿਸ ਵੱਲੋਂ ਡੌਂਕੀ ਗੈਂਗ ਨਾਮਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਉਸ ਦੇ 7 ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਲੋਕ ਹਥਿਆਰਾਂ ਦੀ ਨੋਕ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮਾਂ ਨੂੰ ਟਰਾਂਸਪੋਰਟ ਨਗਰ ਨੇੜੇ ਖਾਲੀ ਪਲਾਟ ਤੋਂ ਕਾਬੂ ਕੀਤਾ ਗਿਆ, ਜਿਨ੍ਹਾਂ ਖਿਲਾਫ ਥਾਣਾ ਡਿਵੀਜ਼ਨ ਨੰਬਰ 3 ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਲੁੱਟ ਦੇ 28 ਵੱਖ-ਵੱਖ ਕੇਸ ਦਰਜ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ 7.65 ਬੋਰ ਦੀ ਪਿਸਤੌਲ, 4 ਜ਼ਿੰਦਾ ਕਾਰਤੂਸ, ਇੱਕ ਡੰਮੀ ਪਿਸਤੌਲ, ਇੱਕ ਏਅਰ ਗਨ, 4 ਤੇਜ਼ਧਾਰ ਹਥਿਆਰ, 6 ਮੋਟਰਸਾਈਕਲ, ਇੱਕ ਐਕਟਿਵਾ, 7 ਮੋਬਾਈਲ ਫੋਨ ਅਤੇ ਇੰਟਰਨੈਟ ਡੋਂਗਲ ਵੀ ਬਰਾਮਦ ਕੀਤੀ ਹੈ। ਮੈਂਬਰੀ ਗੈਂਗ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ, ਜਿਨ੍ਹਾਂ ਨੇ ਪਿਛਲੇ 4-5 ਮਹੀਨਿਆਂ ਦੇ ਵਿੱਚ ਲੁਧਿਆਣੇ ਦੇ ਵਿੱਚ ਕਾਫੀ ਸਾਰੀਆਂ ਲੁੱਟਾਂ ਖੋਹਾਂ ਦੀ ਵਾਰਦਾਤਾਂ ਕੀਤੀ ਸੀਗੀਆਂ। ਹੁਣ ਤੱਕ ਇਹਨਾਂ ਨੇ ਤਕਰੀਬਨ 45 ਦੇ ਕਰੀਬ ਵਾਰਦਾਤਾਂ ਦੇ ਵਿੱਚ ਆਪਣੀ ਸ਼ਮੂਲੀਅਤ ਮੰਨ ਲਈ ਹੈ ਤੇ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਔਰ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ। ਤਕਰੀਬਨ ਜੋ ਇਹਨਾਂ ਦੀ ਗੱਲਾਂ ਬਾਤਾਂ ਤੋਂ ਲੱਗ ਰਿਹਾ 100 ਦੇ ਕਰੀਬ ਇਹਨਾਂ ਨੇ ਵਾਰਦਾਤਾਂ ਲੁਧਿਆਣੇ ਦੇ ਵਿੱਚ ਕੀਤੀਆਂ। ਇਸ ਗੈਂਗ ਦੇ ਜਿਹੜੇ ਮੈਂਬਰ ਅਸੀਂ ਗ੍ਰਿਫਤਾਰ ਕੀਤੇ ਹਨ, ਉਹਨਾਂ ਦੇ ਵਿੱਚ ਜਿਹੜਾ ਇਹ ਗੈਂਗ ਦਾ ਮੁਖੀ ਹੈ ਅਮਨਜੋਤ ਸਿੰਘ ਉਰਫ ਡੌਂਕੀ, ਇਹ ਡੌਂਕੀ ਗੈਂਗ ਦੇ ਨਾਂ 'ਤੇ ਆਪਣਾ ਗੈਂਗ ਚਲਾ ਰਿਹਾ ਸੀ। ਇਸ ਦੇ ਔਰ ਮੈਂਬਰ ਜਿਹੜੇ ਹਨ ਉਹ ਲਵਦੀਪ ਸਿੰਘ ਉਰਫ ਦੀਪੂ, ਗਗਨਦੀਪ ਸਿੰਘ ਉਰਫ ਗਗਨ, ਦੀਪਕ ਕੁਮਾਰ ਉਰਫ ਦੀਪ, ਕੁਲਵਿੰਦਰ ਸਿੰਘ ਉਰਫ ਬਿੱਲਾ, ਅਮਨਜੋਤ ਸਿੰਘ ਉਰਫ
ਡੋਂਕੀ, शिव कुमार उर्फ शिबू ते विक्रम सिंह उर्फ विक्की, इन्हों पुलिस ने फड़ लिया है। तो बाकी रिमांड लैके असी डूंघाई नाल पुछगिछ करांगे। जिहड़ी इन्होंने वारदातां मन्नियां हन उन्हां दे विच जिहड़ी मेन वारदातां हन वो अगस्त महीने दे विच इन्होंने बॉबी इंटरप्राइजेज शिमलापुरी पिस्टल फायर करके इन्होंने 4,43,000 रुपये लुटे सीगे, जिस संबंध दे विच शिमलापुरी थाने परचा दर्ज है। इसी तरीके नाल इन्होंने सितंबर 2020 दे विच निर्मल पैलेस डोलेवाल रोड एक स्कूटरी सवार नूं गोली मारी सीगी, जिते भी परचा दर्ज है। ते सितंबर 2020 दे विच इन्होंने क्वालिटी चौक पिस्टल पॉइंट ते 1.5 लाख रुपए खोए सीगे, वो भी परचा दर्ज है। ते अक्टूबर 2020 दे विच इन्होंने एक जमालपुर मोटरसाइकिल सवार दे पट दे विच गोली मारी सीगी। इसी तरीके नाल इन्होंने वैसटर्न यूनीयन समराला चौक उत्थों 5 लाख रुपए और डॉलर वगैरह जी सोने की चैन वगैरह ये लुटी सीगी, वो भी परचा 3 नंबर थाने दर्ज है। तो 27 अक्टूबर को इन्होंने सब्जी मंडी के नेड़े एक बंदे नूं गोली मारी सीगी लुटन की नीयत नाल, वो भी परचा दर्ज है। इस तरीके नाल इन्हां दी तकरीबन 45 के करीब इन्होंने वारदातां हुण तक मन्नियां, जिन्हां दी सारियां दी FIR दर्ज हैं। तो ये बहुत वड्डा गैंग असी फड़न दे विच सफलता हासिल की है। ਫਰੀਦਕੋਟ ਤਲਵੰਡੀ ਰੋਡ ਤੇ ਦੇਰ ਰਾਤ ਸਰਹੰਦ ਫੀਡਰ ਨਹਿਰ ਦੇ ਬਾਰ-ਬਾਰ ਝੋਨੇ ਦੀਆਂ ਬੋਰੀਆਂ ਨਾਲ ਭਰਿਆ ਟਰੱਕ ਟਰੈਕਟਰ ਨੂੰ ਟੱਕਰ ਮਾਰਨ ਤੋਂ ਬਾਅਦ ਨਹਿਰ ਵਿੱਚ ਡਿੱਗ ਗਿਆ, ਜਿਸ ਨਾਲ ਇਸ ਵਿੱਚ ਸਵਾਰ 2 ਵਿਅਕਤੀਆਂ ਸਮੇਤ 3 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। GCB ਦੀ ਸਹਾਇਤਾ ਨਾਲ ਅੱਜ ਸਵੇਰੇ ਟਰੱਕ ਨੂੰ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ। ਐਕਸੀਡੈਂਟ ਜੀ ਨਾਈਟ ਆਪਾਂ ਨੂੰ ਮਿਲੇ ਸੀ ਇਨਫੋਰਮੇਸ਼ਨ 112 ਤੋਂ ਵੀ ਐਕਸੀਡੈਂਟ ਹੋਇਆ ਤਲਵੰਡੀ ਰੋਡ ਦੇ ਨਹਿਰਾ ਪੁਲ ਦੇ ਉੱਤੇ। ਆਪਾਂ ਉੱਥੇ ਮੌਕੇ 'ਤੇ ਜਾ ਰਹੀ ਦੇਖਿਆ ਵੀ ਜਿਹੜੇ ਭੀੜ ਦੇ ਵਿਅਕਤੀ ਦੁਰਘਟਨਾ ਵਿਅਕਤੀ ਸੀਗੇ ਤੇ ਉਹਨਾਂ ਨੂੰ ਆਪਾਂ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਿਹੜੇ ਇਲਾਜ ਹੈਗੇ ਹਸਪਤਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਵਿੱਚ ਸੀਗੇ ਰਾਤ। ਤੇ ਜਿਹੜੇ ਉੱਥੇ ਮੌਕੇ 'ਤੇ ਵਾਹਨ ਖੜੇ ਸੀਗੇ ਉਹਨਾਂ ਨੂੰ ਰੋਡ ਤੋਂ ਸਾਈਡ 'ਤੇ ਕਰਕੇ ਆਪਾਂ ਟ੍ਰੈਫਿਕ ਜਾਰੀ ਕਰਵਾਈ ਗਈ ਹੈ। ਤੇ ਜਿਹੜੇ ਐਕਸੀਡੈਂਟਲ ਆਪਾਂ ਜਿਨ੍ਹਾਂ ਨੇ ਕੀਤਾ ਹਜੇ ਉਸ ਸੰਬੰਧ ਦੇ ਵਿੱਚ ਕਾਰਵਾਈ ਜਾਰੀ ਹੈ। ਤੇ ਫਿਲਹਾਲ ਆਪਾਂ ਇਸ ਦੇ ਸੰਬੰਧ ਦੇ ਵਿੱਚ ਆਪਾਂ ਨਹੀਂ ਕੁਝ ਵੀ ਦੱਸ ਸਕਦੇ। ਕਾਹਦਾ ਹੋਇਆ ਜੀ ਇਹ ਐਕਸੀਡੈਂਟ ਜੀ? ਇੱਕ ਟਰੱਕ, ਇੱਕ ਟਰੈਕਟਰ ਹੈ ਤੇ 2 ਮੋਟਰਸਾਈਕਲ ਨੇ। ਕਿੰਨੇ ਬੰਦੇ ਜ਼ਖਮੀ ਹੋਏ? ਕਿੰਨੇ ਇਹਦੇ ਵਿੱਚ ਜ਼ਿਆਦਾ ਸੱਟਾਂ ਤਾਂ ਲੱਗੀਆਂ ਹੋਈਆਂ ਹੈ। ਮੋਟਰਸਾਈਕਲ ਸਵਾਰ ਸੀਗੇ ਜਿਹੜੇ 3 ਵਿਅਕਤੀ ਨੇ, ਉਹਨਾਂ ਦੀ ਸੱਟਾਂ ਲੱਗੀਆਂ ਹੋਈਆਂ। ਤੇ ਬਾਕੀ ਇਸ ਤੋਂ ਬਾਅਦ 'ਚ ਉਹਨਾਂ ਦੀ ਤਫਤੀਸ਼ ਜਾਰੀ ਹੈ। ਫਿਰੋਜ਼ਪੁਰ ਦੇ ਮੇਨ ਬਾਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਲੁੱਟ ਤਾਂ ਅਸਫਲ ਹੋਈ, ਪਰ ਦੁਕਾਨ ਮਾਲਕ ਸੁਨਿਆਰ ਤਰੁਣ ਗੁਪਤਾ ਨੂੰ ਗੋਲੀ ਲੱਗ ਗਈ, ਜਿਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਘਟਨਾ ਸਥਾਨ ਦੇ ਲਾਗੇ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੇ ਜਾ ਰਹੇ ਨੇ। ਇਹ ਰਾਮਾਨੰਦ ਗਲੀ ਹੈਗੀ ਜੀ, ਬਾਨ ਬਾਜ਼ਾਰ ਤੇ ਮੇਨ ਬਾਜ਼ਾਰ ਦੇ ਵਿੱਚ ਹੈ। ਇਹਦੇ ਵਿੱਚ 10:30 ਵਜੇ 2 ਜਣੇ ਆਏ ਆ, ਮੂੰਹ ਕਵਰ ਕਰਕੇ ਗੋਲੀ ਮਾਰੀ ਹੈ ਉਹਨਾਂ ਨੇ ਖੂਨ ਦੀ ਨੀਤ ਨਾਲ। 2 ਗੋਲੀਆਂ ਦੀ ਥਾਈ 'ਚ ਲੜਕੇ ਦੀ ਲੱਗੀ। ਲੜਕੇ ਦਾ ਨਾਮ ਸੀ ਵਿਜੇ ਅੰਕਲ ਦੇ ਬੇਟੇ ਦਾ ਨਾਮ ਸੀ ਤਰੁਣ। ਉਹਦੇ ਗੋਲੀ ਲੱਗੀ, ਉਹ ਸਿਵਲ ਹਸਪੀਟਲ 'ਚ ਐਡਮਿਟ ਹੈ। ਕੋਈ ਨਾ ਖੋ ਵੀ ਹੋਈ ਹੈ ਕਿ ਇਕੱਲੀ ਗੋਲੀ ਮਾਰ ਕੇ ਗਈ ਹੈ? ਨਹੀਂ, ਇਹ ਸਾਡੇ ਸਾਹਮਣੇ ਨਹੀਂ ਹੋਇਆ। ਮਤਲਬ ਉਸ ਵੇਲੇ ਉਹ ਦੁਕਾਨ ਤੇ ਇਕੱਲਾ ਹੀ ਸੀ। ਇਸ ਵੇਲੇ ਟ੍ਰੀਟਮੈਂਟ ਹੈ, ਬਾਕੀ ਟ੍ਰੀਟਮੈਂਟ ਸਾਰੀ ਗੱਲ ਉਹ ਦੱਸ ਪਾਏਗਾ। ਪੁਲਿਸ ਆਈ ਹੈਗੀ ਹੈ? ਪੁਲਿਸ ਆਈ ਔਰ CCTV ਖੰਗਾਲ ਰਹੀ ਹੈ ਤੇ ਆਪਣੇ ਵੱਲੋਂ ਐਫਰਟ ਕਰਨਗੇ ਕਿ ਪਕੜਿਆ ਜਾਏ। ਇਹ ਤਰੁਣ ਗੁਪਤਾ ਕੋਈ ਵਿਜੇ ਜਵੈਲਰ ਦਾ, ਤੇ ਉੱਥੇ 2 ਬੰਦੇ ਆਏ ਸੀ ਕੋਈ, ਉਹਨਾਂ ਨੇ ਆ ਕੇ ਤੇ ਕਿਹਾ ਸਮਾਨ ਕੱਢ ਦੇ। ਇਹ ਉੱਠ ਕੇ ਅੰਦਰ ਚਲਾ ਗਿਆ, ਪਿੱਛੋਂ ਗੋਲੀ ਮਾਰੀ ਤੇ ਉਹਦੇ ਪੱਟ ਤੇ ਵੱਜੀ ਗੋਲੀ ਉਹਦੇ ਵੈਸੇ, ਤੇ ਬੰਦਾ ਠੀਕ ਹੈ। ਤੇ ਅਗਲੀ ਕੀ ਕਾਰਵਾਈ ਕਰ ਰਹੀ ਪੁਲਿਸ? ਅਸੀਂ ਵੇਖਦੇ ਹਾਂ, ਫੁਟੇਜ ਵਗੈਰਾ ਵੇਖਦੇ ਹਾਂ, ਅਸੀਂ ਵੇਖ ਕੇ ਜੋ ਕਾਰਵਾਈ ਬਣ ਰਹੀ ਹੈ। ਤੇ ਆਏ ਸੀਗੇ ਸਰ ਇਹਦੇ ਕੋਲ? ਲੱਗਦਾ ਇੱਦਾਂ ਹੀ ਹੈ। ਤੇ ਪੋਜੀਸ਼ਨ ਕੀ ਵੈਸਟ ਆ? ਨਹੀਂ, ਹੁਣ ਫੁਟੇਜ ਵੇਖਾਂਗੇ, ਫਿਰ ਬੰਦੇ ਦੇਖਾਂਗੇ। ਮਰੀਜ਼ ਦੀ ਕੀ ਪੋਜੀਸ਼ਨ? ਮਰੀਜ਼ ਠੀਕ ਹੈ, ਮਰੀਜ਼ ਠੀਕ ਹੈ। ਕਿੰਨੀਆਂ ਗੋਲੀਆਂ ਲੱਗੀਆਂ ਹੈਗੀਆਂ ਸਰ ਇਹਦੇ? ਹਜੇ ਕੁਝ ਛੋਟੇ ਲੱਗੇ, ਜ਼ਿਆਦਾ ਨਹੀਂ ਛੱਰੇ ਆ। ਮੋਗਾ ਪੁਲਿਸ ਵੱਲੋਂ ਪਟਾਕਿਆਂ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਸਥਾਨਕ GM ਫੈਮਿਲੀ ਹਾਲ ਦੇ ਗੋਦਾਮ ਵਿੱਚੋਂ ਭਾਰੀ ਮਾਤਰਾ ਵਿੱਚ ਪਟਾਕੇ ਬਰਾਮਦ ਕਰਕੇ ਹੋਟਲ ਮਾਲਕ ਕਾਂਗਰਸੀ ਆਗੂ ਸੁਮਿਤ ਕੁਮਾਰ, ਬਿੱਟੂ ਮਲਹੋਤਰਾ ਅਤੇ ਹੋਟਲ ਦੇ 2 ਕਾਮਿਆਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਵੇਰ ਸਮੇਂ ਹੀ SPD ਜਗਤਪ੍ਰੀਤ ਸਿੰਘ ਦੀ ਅਗਵਾਈ ਵਿੱਚ DSP ਧਰਮਕੋਟ ਸੁਬੇਗ ਸਿੰਘ, ਥਾਣਾ ਮੁਖੀ ਸੰਦੀਪ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਪੁਲਿਸ ਵੱਲੋਂ ਇਸ ਨੂੰ ਗੈਰ ਕਾਨੂੰਨੀ ਦੱਸਦਿਆਂ ਨਾਇਬ ਤਹਿਸੀਲਦਾਰ ਮਲੂਕ ਸਿੰਘ ਦੀ ਹਾਜ਼ਰੀ ਵਿੱਚ ਪਟਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਛਾਪੇਮਾਰੀ ਮੌਕੇ SPD ਜਗਤਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਿਨਾਂ ਮਨਜ਼ੂਰੀ ਤੋਂ ਇੰਨੀ ਵੱਡੀ ਮਾਤਰਾ ਵਿੱਚ ਰਿਹਾਇਸ਼ੀ ਇਲਾਕੇ ਵਿੱਚ ਪਟਾਕੇ ਰੱਖਣਾ ਗੈਰ ਕਾਨੂੰਨੀ ਹੈ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕੋਟਕ ਸੇ ਖਾਂ ਵਿੱਚ GM ਰੈਸਟੋਰੈਂਟ ਹੈ, ਉੱਥੇ ਗਡਾਊਨ ਦੇ ਵਿੱਚ ਇਹਨਾਂ ਨੇ ਪਿੱਛੇ ਗਡਾਊਨ ਬਣਾਇਆ ਤੇ ਉਹਦੇ ਵਿੱਚ ਪਟਾਕੇ ਰੱਖੇ। ਉਸ ਇਨਫੋਰਮੇਸ਼ਨ ਬੇਸਿਸ ਤੇ ਸਾਰੇ ਇੱਥੇ ਆਏ ਆ। ਨਾਇਬ ਸੀਆਰ ਸਾਹਿਬ ਨਾਲ ਆਏ ਨੇ,
ਇਹ ਗਰਾਊਂਡ ਜਿਹੜਾ ਪਿਆ ਤੁਹਾਡੇ ਸਾਹਮਣੇ ਹੀ ਆ, ਸਾਰਾ ਪਟਾਕੇ ਕਢਾ ਰਹੇ ਆ, ਇਹ ਸਾਰਾ ਇੱਥੇ ਮਿਲਿਆ। ਜਿਹੜਾ ਇਹਦਾ ਓਨਰ ਆ ਉਹ ਪਤਾ ਲੱਗਿਆ ਇਹ ਆਪਣਾ ਸਤੀਸ਼ ਕੁਮਾਰ ਮਲਹੋਤਰਾ ਜੀ, ਸਤੀਸ਼ ਕੁਮਾਰ ਸੁਮਿਤ ਕੁਮਾਰ ਮਲਹੋਤਰਾ ਭਾਜੀ ਇਹਨਾਂ ਨੇ ਦੱਸਿਆ, ਉਹ ਆਪ ਤਾਂ ਨਹੀਂ ਇੱਥੇ ਆਏ, ਸੁਮਿਤ ਕੁਮਾਰ ਮਲਹੋਤਰਾ ਇੱਥੇ ਆਏ ਨੇ ਤੇ ਉਹਨਾਂ ਨੇ ਇੱਕ ਛੋਟਾ ਲਾਇਸੈਂਸ ਦਿੱਤਾ, ਬਟ ਇਹ ਲਾਇਸੈਂਸ ਸੇਲ ਦਾ, ਸਟੋਰੇਜ ਦਾ ਨਹੀਂ ਹੈਗਾ। ਉਹ ਵੀ ਉਹਦੀਆਂ ਵੀ ਕੰਡੀਸ਼ਨ ਨੇ ਸਾਰੀਆਂ ਫੇਲ ਕਰਦੇ ਨੇ। ਸੋ ਤੁਹਾਡੇ ਸਾਹਮਣੇ ਹੀ ਆ ਇਹ ਸਾਰਾ ਇਹਨਾਂ ਨੇ ਇਲੀਗਲ ਵੀ ਤਰੀਕੇ ਨਾਲ ਇੱਥੇ ਪਟਾਕੇ ਰੱਖੇ। ਸਰ ਕੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਫਿਲਹਾਲ? ਪੁਲਿਸ ਹੁਣ ਇਹਨਾਂ ਦੇ ਖਿਲਾਫ ਸਾਰਾ ਸਮਾਨ ਕਬਜ਼ੇ 'ਚ ਲਵਾਂਗੇ ਤੇ ਇਹਨਾਂ ਦੇ ਖਿਲਾਫ ਐਫਆਈਆਰ ਲੌਜ ਕਰਕੇ ਨੈਕਸਟ ਪ੍ਰੋਸੀਡ ਕਰਾਂਗੇ। ਤੇ ਸਰ ਮਾਲਕ ਨਾਲ ਕੋਈ ਗੱਲਬਾਤ ਹੋਈ ਪਾਈ ਹੁਣ ਤੱਕ? ਨਹੀਂ, ਡਾਇਰੈਕਟਲੀ ਸਾਡੀ ਨਾਲ ਗੱਲ ਹੋਈ, ਬਟ ਇੱਥੇ ਉਹਨਾਂ ਦਾ ਘਰ ਕਿਉਂਕਿ ਨਾਲ ਹੀ ਆ ਤੇ ਉਹਨਾਂ ਦੀ ਵਾਈਫ ਵੀ ਇੱਥੇ ਕਾਉਂਸਲਰ ਨੇ, ਉਹਨਾਂ ਨੂੰ ਵੀ ਕਿਹਾ ਵੀ ਜੇ ਤੁਹਾਡੇ ਕੋਲ ਕੋਈ ਵੀ ਗੱਲ ਹੈਗੀ ਆ ਤਾਂ ਉਹਨੂੰ ਪੂਰਾ ਮੌਕਾ ਆ ਕੇ ਸਾਨੂੰ ਦਿਖਾਓ। ਸਰ ਲੱਗਦਾ ਸਿਆਸੀ ਸਹਿ ਤੇ ਹੋਇਆ ਹੋਊਗਾ ਕੰਮ ਜੀ? ਨਹੀਂ, ਇਹ 'ਚ ਤਾਂ ਸਿਆਸੀ ਤਾਂ ਕੋਈ ਨਹੀਂ ਹੈ, ਸਿਆਸੀ ਤਾਂ ਇਹ 'ਚ ਕੀ ਆ। ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਭਾਈ ਗੁਰਦਾਸ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ 100 ਸਾਲਾ ਇਤਿਹਾਸ ਨੂੰ ਰੂਪਮਾਨ ਕਰਦੇ ਚਿੱਤਰ ਤਿਆਰ ਕਰਨ ਲਈ ਲਗਾਈ ਗਈ ਚਿੱਤਰਕਲਾ ਵਰਕਸ਼ਾਪ ਅੱਜ ਸਮਾਪਤ ਹੋ ਗਈ। ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਇਸ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਇਹਨਾਂ ਤਿਆਰ ਕੀਤੇ ਗਏ ਚਿੱਤਰਾਂ ਦੀ ਪ੍ਰਦਰਸ਼ਨੀ ਭਲਕੇ ਤੋਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਲਗਾਈ ਜਾਵੇਗੀ, ਜੋ 17 ਨਵੰਬਰ ਤੱਕ ਜਾਰੀ ਰਹੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਜਿਹੜਾ ਸਥਾਪਨਾ ਦਿਵਸ 15 ਨਵੰਬਰ ਨੂੰ ਵਧਾ ਰਿਹਾ ਹੈ ਔਰ ਉਸ ਸਮਾਗਮ ਨੂੰ ਮੁੱਖ ਰੱਖਦੇ ਹੋਏ ਜਿਹੜੀ ਇਹ ਚਿੱਤਰਕਲਾ ਵਰਕਸ਼ਾਪ ਲਾਈ ਗਈ ਸੀ ਔਰ ਜਿਹਦੇ ਵਿੱਚ ਵੱਖ-ਵੱਖ ਪੰਜਾਬ ਦੇ ਵਿੱਚੋਂ ਤੇ ਬਾਹਰਲੇ ਸਟੇਟਾਂ ਚੋਂ ਵਿੱਚ ਆ ਕੇ ਪ੍ਰਸਿੱਧ ਚਿੱਤਰਕਾਰ ਸੀ ਜਿਹੜੇ ਆਰਟਿਸਟ ਨੇ ਔਰ ਉਹਨਾਂ ਨੇ ਸਾਰੀਆਂ ਇਹ ਤਸਵੀਰਾਂ ਦੇ ਚਿੱਤਰ ਜਿਹੜੇ ਨੇ ਔਰ ਆਪਣੀ ਬੁਰਸ਼ਾਂ ਦੇ ਨਾਲ ਜਿਹੜੇ ਚਿੱਤਰੇ ਨੇ ਇਹ ਸਾਰੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਹੈ, ਕੁਰਬਾਨੀਆਂ ਭਰਿਆ ਇਤਿਹਾਸ ਹੈ, ਜਿਸ ਤਰ੍ਹਾਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਹੈ ਔਰ ਜਿਹੜੇ ਸਾਡੇ ਬਜ਼ੁਰਗਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਭਾਵੇਂ ਸਾਕਾ ਨਨਕਾਣਾ ਸਾਹਿਬ ਹੈ, ਸਾਕਾ ਪੰਜਾ ਸਾਹਿਬ ਹੈ, ਜੈਤੋ ਦਾ ਮੋਰਚਾ ਹੈ, ਉਹ ਸਾਰਿਆਂ ਦੇ ਚਿੱਤਰ ਜਿਹੜੇ ਨੇ ਉਹ ਬੜੇ ਇਤਿਹਾਸਕ ਚਿੱਤਰ ਜਿਹੜੇ ਨੇ ਇਹ ਚਿੱਤਰੇ ਗਏ ਨੇ। ਸੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਵੀ ਦਿੰਦਾ, ਸਾਰੇ ਚਿੱਤਰਕਾਰਾਂ ਨੂੰ, ਕਿ ਜਿਹੜੀ ਬੜੀ ਮਿਹਨਤ ਦੇ ਨਾਲ ਇਹ ਬਹੁਤ ਸੋਹਣੀਆਂ ਚਿੱਤਰ ਜਿਹੜੇ ਨੇ ਇਹਨਾਂ ਨੇ ਚਿੱਤਰੇ ਨੇ ਔਰ ਅਸੀਂ ਇਹ ਸਾਰੀ ਪ੍ਰਦਰਸ਼ਨੀ ਜਿਹੜੀ ਹੈ ਚਿੱਤਰਕਲਾ ਦੀ ਇਹ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਰੀ ਲਾਈ ਜਾਏਗੀ 15 ਤਰੀਕ ਤੋਂ ਲੈ ਕੇ 17 ਤਰੀਕ ਤੱਕ ਔਰ 3 ਦਿਨ ਜਿਹੜਾ ਉੱਥੇ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਸ੍ਰੀ ਅਖੰਡ ਪਾਠ ਸਾਹਿਬ 15 ਨੂੰ ਆਰੰਭ ਹੋਣਗੇ, ਸ੍ਰੀ ਅਕਾਲ ਤਖਤ ਸਾਹਿਬ ਤੇ ਮੇਨ ਜਿਹੜਾ ਸਮਾਗਮ ਹੈ ਉਹ 17 ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਗਾ, ਜਿੱਥੇ ਸਾਰੇ ਬਹੁਤ ਵੱਡੇ ਜਿਹੜੇ ਸਾਡੇ ਵਿਦਵਾਨ ਸੱਜਣ ਵੀ ਆ ਰਹੇ ਨੇ, ਸਿੱਖ ਸੰਸਥਾਵਾਂ ਵੀ ਆ ਰਹੇ, ਮਹਾਂਪੁਰਸ਼ ਵੀ ਆ ਰਹੇ ਨੇ, ਹੋਰ ਵੀ ਆਗੂ ਜਿਹੜੇ ਸਿਆਸੀ ਆਗੂ ਨੇ ਉਹ ਵੀ ਉੱਥੇ ਪਹੁੰਚ ਰਹੇ ਨੇ। ਸੋ ਮੈਂ ਸਮਝਦਾ ਕਿ ਇਹ ਬੜਾ ਇਤਿਹਾਸਕ ਸਾਡੇ ਲਈ ਦਿਨ ਹੈਗਾ। ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਅੱਜ ਪੰਜਾਬ ਭਵਨ ਵਿਖੇ ਨਵ ਨਿਯੁਕਤ ਆਂਗਣਵਾੜੀ ਸੁਪਰਵਾਈਜ਼ਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਉਹਨਾਂ ਕਿਹਾ ਕਿ ਨਵੀਂ ਭਰਤੀ ਹੋਈਆਂ ਅਤੇ ਤਰੱਕੀ ਪ੍ਰਾਪਤ ਆਂਗਣਵਾੜੀ ਸੁਪਰਵਾਈਜ਼ਰਾਂ ਨਾਲ ਵਿਭਾਗ ਨੂੰ ਮਜ਼ਬੂਤੀ ਤਾਂ ਮਿਲੇਗੀ ਹੀ, ਨਾਲ ਹੀ ਸੂਬੇ ਦੀ ਨਵੀਂ ਪੀੜ੍ਹੀ ਨੂੰ ਪੌਸ਼ਟਿਕ ਖੁਰਾਕ ਤੇ ਸਿਹਤਮੰਦ ਵਾਤਾਵਰਣ ਦੇਣ ਵਿੱਚ ਮਦਦ ਤੋਂ ਇਲਾਵਾ ਸੂਬੇ ਵਿੱਚ ਹਰ ਵਰਗ ਦੇ ਲੋਕਾਂ ਨੂੰ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਸਮਾਂਬੱਧ ਜਾਣਕਾਰੀ ਦੇਣ ਵਿੱਚ ਵੀ ਇਹ ਸੁਪਰਵਾਈਜ਼ਰ ਮਹਿਲਾਵਾਂ ਅਹਿਮ ਯੋਗਦਾਨ ਪਾਉਣਗੀਆਂ। ਸੋ ਅੱਜ ਇੱਕ ਤੁਹਾਡੇ ਵਾਸਤੇ ਬਹੁਤ ਹਿਸਟੋਰੀਕਲ ਡੇ ਹੈ ਔਰ ਜਿਵੇਂ ਮੈਂ ਪਹਿਲੇ ਦੱਸਿਆ ਕਿ ਜਿਹੜਾ ਘਰ ਘਰ ਰੋਜ਼ਗਾਰ ਸਾਡੀ ਮੁਹਿੰਮ ਹੈ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਗਵਰਨਮੈਂਟ ਫਸਟ ਫੇਜ਼ 'ਚ 50,000 ਜੌਬਸ ਫਿਰ ਕੱਢ ਰਹੀ ਹੈ ਔਰ 50,000 ਫਿਰ ਨਿਕਲਣਗੀਆਂ। ਸੋ ਟੋਟਲ ਮਿਲਾ ਕੇ 33% ਫਿਰ ਇਹਦੇ 'ਚ ਮਹਿਲਾਵਾਂ ਨੂੰ ਮਿਲੇਗੀ ਰਿਜ਼ਰਵੇਸ਼ਨ। ਤੇ ਮੈਨੂੰ ਲੱਗਦਾ ਕਾਫੀ ਜ਼ਿਆਦਾ ਜਿਹੜਾ ਬੈਲੈਂਸ ਹੈ ਸਮਾਜ ਦੇ ਵਿੱਚ ਉਹਦੇ ਨਾਲ ਬਣੇਗਾ ਔਰ ਔਰਤਾਂ ਦੀ ਸ਼ਮੂਲੀਅਤ ਹਰ ਗੱਲ ਦੇ ਵਿੱਚ, ਉਹਨਾਂ ਦੀ ਪਾਰਟਿਸਿਪੇਸ਼ਨ ਜਿਹੜੀ ਹੈ ਹਰ ਗੱਲ ਦੇ ਵਿੱਚ, ਹਰ ਡਿਪਾਰਟਮੈਂਟ ਦੇ ਵਿੱਚ ਹੋਣੀ ਚਾਹੀਦੀ ਹੈ। ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਨੂੰ ਮਿਲੀ ਸ਼ਾਨਦਾਰ ਜਿੱਤ ਤੇ ਦਲਾਈ ਲਾਮਾ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਚਿੱਠੀ ਲਿਖ ਕੇ ਵਧਾਈ ਦੇ ਦਿੱਤੀ ਹੈ। ਚਿੱਠੀ ਵਿੱਚ ਉਹਨਾਂ ਲਿਖਿਆ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਬਿਹਾਰ ਦੇ ਲੋਕਾਂ ਦੀਆਂ ਉਮੀਦਾਂ ਤੇ ਇੱਛਾਵਾਂ ਨੂੰ ਪੂਰਾ ਕਰਨ ਵਿੱਚ ਜਿਹੜੀਆਂ ਵੀ ਚੁਣੌਤੀਆਂ ਹਨ ਉਹਨਾਂ ਨੂੰ ਪੂਰਾ ਕਰਨ ਵਿੱਚ ਤੁਸੀਂ ਸਫਲ ਹੋਵੋ। ਉੱਥੇ ਦੂਜੇ ਪਾਸੇ ਪੂਰੇ ਦੇਸ਼ ਵਿੱਚ ਅੱਜ ਜਿੱਤ ਦੇ ਜਸ਼ਨ ਮਨਾਏ ਗਏ। ਇਸ ਦੀ ਕੜੀ ਵਿੱਚ ਜਲੰਧਰ ਵਿੱਚ ਵੀ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਗੱਲ ਜਿਹੜਾ ਬਿਹਾਰ ਦੇ ਵਿੱਚ ਚੁਣਾਵ ਹੋਇਆ ਉਹ ਮੈਂ ਕਹਾਂਗਾ ਕਿ ਐਨਡੀਏ ਦੀ ਬਹੁਤ ਭਾਰੀ ਜਿੱਤ ਹੈ, ਕਿਉਂਕਿ ਚੌਥੀ ਵਾਰੀ ਸ਼੍ਰੀ ਨਿਤਿਸ਼ ਕੁਮਾਰ ਜੀ ਮੁੱਖ ਮੰਤਰੀ ਬਣਨ ਜਾ ਰਹੇ। ਆਪਣੇ ਆਪ ਦੇ ਵਿੱਚ ਇਤਿਹਾਸ ਦੀ ਰਚਨਾ
ਔਰ ਇਹ ਕਈ ਸੁਨੇਹੇ ਦਿੰਦੀ ਪਈ ਹੈ। ਇੱਕ ਤਾਂ ਇਹ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਉਹਨਾਂ ਦਾ ਜਾਦੂ ਬਰਕਰਾਰ ਹੈ। ਦੂਸਰਾ ਕਿ ਕਾਂਗਰਸ ਜਿਹੜੀ ਹੈਗੀ ਆ ਉਹ ਖਤਮ ਹੋਣ ਤੇ ਕਗਾਰ ਤੇ ਆ, ਤੇ ਆਉਣ ਵਾਲੇ ਚੁਣਾਵ ਜਿਹੜਾ 2022 ਦਾ ਚੁਣਾਵ ਹੈ ਪੰਜਾਬ ਦੇ ਵਿੱਚ, ਉਹਦੇ ਵਿੱਚ ਵੀ ਕਾਂਗਰਸ ਦਾ ਸਫਾਇਆ ਹੋਣ ਵਾਲਾ ਔਰ ਭਾਰਤੀ ਜਨਤਾ ਪਾਰਟੀ ਆਉਣ ਵਾਲੀ। ਸਰਦੀ ਸ਼ੁਰੂ ਹੁੰਦੇ ਹੀ ਕਰੋਨਾ ਕੇਸਾਂ ਵਿੱਚ ਵਾਧਾ ਹੋਣ ਲੱਗਾ ਹੈ, ਜਿਸ ਨੂੰ ਲੈ ਕੇ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਮੋਗਾ ਵਿੱਚ ਕਰੋਨਾ ਕਾਰਨ 3 ਹੋਰ ਮੌਤਾਂ ਹੋ ਗਈਆਂ, ਜਿਸ ਤੋਂ ਬਾਅਦ ਹੁਣ ਜ਼ਿਲ੍ਹੇ ਵਿੱਚ ਕਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਵੱਧ ਕੇ 84 ਹੋ ਗਿਆ ਹੈ। ਉੱਥੇ ਹੀ ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ ਵਿੱਚ 4 ਹੋਰਾਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਤੇ ਹੁਣ ਜ਼ਿਲ੍ਹੇ ਵਿੱਚ ਕਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 2518 ਹੋ ਗਈ, ਜਿਨ੍ਹਾਂ ਵਿੱਚੋਂ 46 ਸਰਗਰਮ ਮਾਮਲੇ ਹਨ। ਉੱਤਰ ਭਾਰਤ ਦੇ ਵਿੱਚ ਠੰਡ ਲਗਾਤਾਰ ਵਧਦੀ ਜਾ ਰਹੀ ਹੈ। ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਪਾਰਾ ਕਾਫੀ ਹੇਠਾਂ ਡਿੱਗ ਰਿਹਾ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਰਾਤ ਅਤੇ ਦਿਨ ਦੇ ਬਾਰੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੀਤੇ ਸਾਲਾਂ ਨਾਲੋਂ ਇਸ ਸਾਲ ਠੰਡ ਦਾ ਆਗਾਜ਼ ਥੋੜਾ ਜਲਦੀ ਹੋ ਗਿਆ ਹੈ। ਹੁਣ ਇਹ ਵੀ ਕਿਹਾ ਕਿ 15-16 ਨਵੰਬਰ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਤੇ ਕਈ ਇਲਾਕਿਆਂ ਦੇ ਵਿੱਚ ਬੱਦਲਵਾਈ ਵੀ ਹੋ ਸਕਦੀ ਹੈ, ਜਿਸ ਨਾਲ ਪਾਰਾ ਹੇਠਾਂ ਡਿੱਗੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਦੀਵਾਲੀ ਦੇ ਸੀਜ਼ਨ ਕਰਕੇ ਪ੍ਰਦੂਸ਼ਣ ਦੀ ਮਾਤਰਾ ਵੀ ਕਾਫੀ ਵੱਧ ਰਹੀ ਹੈ, ਜਿਸ ਕਰਕੇ ਲੋਕਾਂ ਨੂੰ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਸਾਲ ਗ੍ਰੀਨ ਦੀਵਾਲੀ ਮਨਾਉਣ ਤਾਂ ਜੋ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਮੁਕਤ ਰੱਖਿਆ ਜਾ ਸਕੇ। ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਜੀ ਕਿ ਕਾਫੀ ਮਹੀਨਾ 1.5 ਮਹੀਨਾ ਹੀ ਹੋ ਗਿਆ ਕਿ ਬਿਲਕੁਲ ਜਿਹੜਾ ਡਰਾਈ ਵੈਦਰ ਚੱਲ ਰਿਹਾ ਔਰ ਸੁੱਕੀ ਠੰਡ ਜਿਹੜੀ ਆ ਉਹ ਪੈ ਰਹੀ ਹੈ। ਸੋ ਇਸ ਤਰ੍ਹਾਂ ਹੀ ਹਲੇ ਜਿਹੜਾ ਅਗਲਾ ਹਫਤਾ ਆ ਇਸ ਤਰ੍ਹਾਂ ਹੀ ਜਿਹੜੀ ਠੰਡ ਦਾ ਜਿਹੜਾ ਪ੍ਰਕੋਪ ਹੈ ਉਹ ਜਾਰੀ ਰਹਿਣ ਦੇ ਅਸਾਰ ਨੇ ਕਿ ਜਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਦਿਨ ਦਾ ਤਾਪਮਾਨ ਹੈ ਉਹ 28 ਡਿਗਰੀ ਦੇ ਨੀਅਰ ਅਬਾਊਟ ਚੱਲ ਰਿਹਾ ਤੇ ਰਾਤ ਦਾ ਜਿਹੜਾ ਤਾਪਮਾਨ ਹੈ ਉਹ 10 ਡਿਗਰੀ ਦੇ ਨੀਅਰ ਅਬਾਊਟ ਚੱਲ ਰਿਹਾ। ਜਿਹੜਾ ਰਾਤ ਦਾ ਤਾਪਮਾਨ ਹੈ ਉਹ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ 2 ਡਿਗਰੀ ਹੈ ਉਹ ਨਾਰਮਲ ਨਾਲੋਂ ਘੱਟ ਚੱਲ ਰਿਹਾ। ਸੋ ਜਿਹੜਾ ਦਿਨ ਦਾ ਤਾਪਮਾਨ ਹੈ ਉਹ ਵੀ ਨੀਅਰ ਅਬਾਊਟ ਅੱਧਾ ਕੁ ਡਿਗਰੀ ਜਿਹੜਾ ਉਹ ਨਾਰਮਲ ਨਾਲੋਂ ਘੱਟ ਚੱਲ ਰਿਹਾ। ਸੋ ਇਸ ਦੇ ਹਿਸਾਬ ਨਾਲ ਆਪਾਂ ਦੇਖ ਸਕਦੇ ਹਾਂ ਕਿ ਜਿਹੜੀ ਸਰਦੀ ਹੈ ਉਹਦਾ ਆਗਾਜ਼ ਇਸ ਵਾਰੀ ਪਹਿਲਾਂ ਆ। ਜੇ ਆਪਾਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਥੋੜ੍ਹਾ ਜਿਹਾ ਇਸ ਵਾਰੀ ਜਿਹੜੀ ਸਰਦੀ ਆ ਉਹ ਪਹਿਲਾਂ ਆਪਣੀ ਜਿਹੜੀ ਦਸਤਕ ਦੇ ਚੁੱਕੀ ਹੈ। ਸੋ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਸਰਦੀਆਂ ਦੇ ਵਿੱਚ ਬਾਰਿਸ਼ ਹੁੰਦੀ ਹੈ ਉਹ ਹੁੰਦੀ ਹੈ ਜਿਹੜੀ ਪੱਛਮੀ ਚੱਕਰਵਾਤ ਦੇ ਨਾਲ। ਸੋ ਆਉਣ ਵਾਲੇ ਜਿਹੜੇ ਹਫ਼ਤਾ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ 15-16 ਨੂੰ ਜਿਹੜਾ ਇੱਕ ਪੱਛਮੀ ਚੱਕਰਵਾਤ ਦੀ ਆਮਦ ਦਾ ਜਿਹੜਾ ਅਨੁਮਾਨ ਲਗਾਇਆ ਜਾ ਰਿਹਾ। ਸੋ IMD ਵੱਲੋਂ ਇਹ ਫੋਰਕਾਸਟ ਜਾਰੀ ਕੀਤੀ ਗਈ ਹੈ ਕਿ ਜਿਹੜਾ ਉਹ 15-16 ਤਰੀਕ ਤੱਕ ਜਿਹੜਾ ਕੁਛ ਵੈਸਟਰਨ ਡਿਸਟਰਬੈਂਸ ਜਿਹੜੀ ਹੈ ਅਪਰੋਚ ਕਰ ਸਕਦੀ ਹੈ ਪੰਜਾਬ ਨੂੰ, ਜਿਹਦੇ ਮੱਦੇਨਜ਼ਰ ਕਿਤੇ ਕਿਤੇ ਜਿਹੜੀ ਬੱਦਲਵਾਈ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈਗੀ ਹੈ। ਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦੇ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।